ਦਿਸ਼ਾ ਪਰਿਵਰਤਨ ਦੇ ਸਾਰੇ ਦਰਸ਼ਕਾਂ ਨੂੰ ਜੈ ਮਸੀਹ ਦੀ। ਤੁਹਾਡਾ ਸਾਰਿਆਂ ਦਾ ਸਾਡੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਬਹੁਤ ਸਵਾਗਤ ਹੈ। ਸਾਡੇ ਅਧਿਐਨ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਣ ਦੇ ਲਈ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ। ਆਸ਼ਾ ਕਰਦੇ ਹਾਂ ਕਿ ਤੁਸੀਂ ਸਾਡੇ ਪ੍ਰਭੂ ਯਿਸੂ ਮਸੀਹ ਜੀ ਦੇ ਵਿੱਚ ਰਾਜੀ ਖੁਸ਼ੀ ਹੋਵੋਗੇ ਅਤੇ ਪਰਮੇਸ਼ਰ ਦੇ ਵਚਨ ਦੀ ਸਿੱਖਿਆਵਾਂ ਦਾ ਲਾਭ ਉਠਾ ਰਹੇ ਹੋਵੋਗੇ। ਦੋਸਤੋ, ਅਸੀਂ ਪਿਛਲੇ ਪ੍ਰੋਗਰਾਮ ਦੇ ਵਿੱਚ ਇੱਕ ਆਸਵੰਦ ਪਰਵਰਿਸ਼ ਬਾਰੇ ਸਿੱਖਦੇ ਆ ਰਹੇ ਹਾਂ। ਅਸੀਂ ਸਿੱਖ ਰਹੇ ਹਾਂ ਕਿ ਸਾਨੂੰ ਆਪਣੇ ਬੱਚਿਆਂ ਦਾ ਪਾਲਣ ਪੋਸ਼ਣ ਕਿਵੇਂ ਕਰਨਾ ਚਾਹੀਦਾ ਹੈ ਅਤੇ ਅਸੀਂ ਆਪਣੇ ਬੱਚਿਆਂ ਨੂੰ ਕਿਵੇਂ ਪ੍ਰਭੂ ਦੇ ਵਿੱਚ ਅੱਗੇ ਵਧਾ ਸਕਦੇ ਹਾਂ। ਅਸੀਂ ਆਪਣੇ ਪਿਛਲੇ ਪ੍ਰੋਗਰਾਮ ਦੇ ਵਿੱਚ ਐਸਤਰ ਦੇ ਜੀਵਨ ਨੂੰ ਵੇਖ ਰਹੇ ਸੀ। ਅਸੀਂ ਵੇਖਿਆ ਕਿ ਉਹ ਇੱਕ ਅਜਿਹੀ ਇਸਤਰੀ ਸੀ ਜਿਸ ਦੇ ਜੀਵਨ ਤੋਂ ਸਾਡੀ ਬੇਟੀਆਂ ਨੂੰ ਵੀ ਇੱਕ ਪਵਿੱਤਰ ਅਤੇ ਉਦੇਸ਼ਪੂਰਨ ਜੀਵਨ ਜਿਉਣ ਦੇ ਲਈ ਪ੍ਰੇਰਨਾ ਮਿਲਦੀ ਹੈ। ਅਸੀਂ ਆਪਣੇ ਪਿਛਲੇ ਪ੍ਰੋਗਰਾਮ ਦੇ ਵਿੱਚ ਐਸਤਰ ਦੀਆਂ ਵਿਸ਼ੇਸ਼ਤਾਵਾਂ ਦੇ ਉੱਤੇ ਗੌਰ ਕਰਦੇ ਹੋਏ ਜਾਣਿਆ ਕਿ ਉਹ ਪਰਮੇਸ਼ਰ ਦੇ ਉੱਤੇ ਭਰੋਸਾ ਰੱਖਣ ਵਾਲੀ ਇਸਤਰੀ ਸੀ। ਅਸੀਂ ਵੇਖਿਆ ਕਿ ਉਹਨੇ ਆਪਣੀ ਕਠਿਨ ਪਰਿਸਥਿਤੀਆਂ ਦੇ ਵਿੱਚ ਪਰਮੇਸ਼ਵਰ ਦੀ ਸਿਆਣਪ ਨੂੰ ਪ੍ਰਗਟ ਕੀਤਾ। ਅਸੀਂ ਇਹ ਵੀ ਗੌਰ ਕੀਤਾ ਕਿ ਕਿਵੇਂ ਉਹ ਪਰਮੇਸ਼ਵਰ ਦੀ ਪ੍ਰਭੂਤਾ ਦੇ ਪ੍ਰਤੀ ਸਮਰਪਿਤ ਸੀ। ਅੱਜ ਅਸੀਂ ਇਸ ਤੋਂ ਅੱਗੇ ਵਧਦੇ ਹੋਏ ਐਸਤਰ ਦੇ ਜੀਵਨ ਦੇ ਕੁਝ ਹੋਰ ਪਹਿਲੂਆਂ ਨੂੰ ਵੇਖਾਂਗੇ। ਅੱਜ ਅਸੀਂ ਵੇਖਾਂਗੇ ਕਿ ਐਸਤਰ ਆਪਣੀ ਜ਼ਿੰਮੇਵਾਰੀ ਦੇ ਪ੍ਰਤੀ ਵਫਾਦਾਰ ਸੀ। ਇਸ ਤੋਂ ਬਾਅਦ ਅਸੀਂ ਉਸਦੇ ਜੀਵਨ ਤੋਂ ਇਹ ਜਾਣਾਂਗੇ ਕਿ ਇੱਕ ਸਿਆਸੀ ਰਾਣੀ ਦੇ ਰੂਪ ਵਿੱਚ ਉਸ ਤੋਂ ਸਾਨੂੰ ਕੀ ਸਿੱਖਿਆ ਮਿਲਦੀ ਹੈ। ਤੇ ਆਓ ਦੋਸਤੋ, ਬਿਨਾਂ ਸਮਾਂ ਗਵਾਏ ਆਪਣੇ ਅਧਿਐਨ ਪ੍ਰੋਗਰਾਮ ਦੇ ਵਿੱਚ ਅੱਗੇ ਵਧਦੇ ਹਾਂ। ਆਓ ਇਸ ਦੇ ਲਈ ਆਪਣੇ ਮਨਾਂ ਨੂੰ ਤਿਆਰ ਕਰੀਏ ਅਤੇ ਉਸ ਦੇ ਲਈ ਸੁਣਦੇ ਹਾਂ ਇਹ ਸੁੰਦਰ ਭਜਨ।
ਪਰਮੇਸ਼ਰ ਆਪਣੀ ਪ੍ਰਭੁਤਾ ਵਿੱਚ ਉਸ ਦੇ ਜੀਵਨ ਵਾਸਤੇ ਕੁਝ ਕਰਨ ਜਾ ਰਿਹਾ ਸੀ। ਤੁਹਾਡੇ ਵਿੱਚੋਂ ਕਿੰਨੇ ਲੋਕਾਂ ਨੇ ਆਪਣੇ ਪੁਰਾਣੇ ਜੀਵਨ ਵਿੱਚ ਕਦੇ ਅਹਿਸਾਸ ਕੀਤਾ ਹੈ ਕਿ ਉਹ ਗੱਲਾਂ ਜੋ ਤੁਹਾਨੂੰ ਸਮਝ ਨਾ ਆਈਆਂ, ਉਹਨਾਂ ਦਾ ਪਰਮੇਸ਼ਰ ਲਈ ਕੁਝ ਮਕਸਦ ਸੀ? ਇਸ ਤੋਂ ਪਹਿਲਾਂ ਕਿ ਪਰਮੇਸ਼ਰ ਮੈਨੂੰ ਉਪਦੇਸ਼ ਦੇਣ ਲਈ ਬੁਲਾਉਂਦਾ, ਮੈਂ ਇਸ ਤਰ੍ਹਾਂ ਸੋਚਦਾ ਸੀ ਕਿ ਮੈਂ ਆਪਣਾ ਪੂਰਾ ਜੀਵਨ ਰੇਡੀਓ ਅਤੇ ਟੈਲੀਵਿਜ਼ਨ ਵਿੱਚ ਹੀ ਗੁਜ਼ਾਰਾਂਗਾ। ਮੈਂ ਇੱਥੇ ਕਾਲਜ ਦੇ ਪਾਠ ਕਰਮ ਦੇ ਬਾਰੇ ਉਪਦੇਸ਼ ਦਿੰਦਾ ਸੀ। ਮੈਂ ਔਰ ਮੇਰਾ ਇੱਕ ਮਿੱਤਰ ਪੋਲ ਗਥਨੀ ਨੇ ਰੇਡੀਓ ਸਟੇਸ਼ਨ ਸ਼ੁਰੂ ਕੀਤਾ ਸੀ ਜਦ ਅਸੀਂ ਕਾਲਜ ਵਿੱਚ ਸੀ। BCDR। ਮੈਂ ਇਸ ਗੱਲ ਤੇ ਹਮੇਸ਼ਾ ਪੋਲ ਨਾਲ ਹੱਸਦਾ ਸੀ ਕਿ ਇਹ ਸਟੇਸ਼ਨ ਇੰਨਾ ਮਹੱਤਵਹੀਣ ਹੈ ਕਿਉਂ ਜੋ ਇਹ ਇਮਾਰਤ ਦੇ ਸਭ ਤੋਂ ਉੱਪਰਲੀ ਮੰਜ਼ਲ ਤੇ ਹੈ। ਸ਼ਾਇਦ ਕਦੇ ਤੁਸੀਂ ਇਸ ਨੂੰ ਪਹਿਲੀ ਮੰਜ਼ਲ ਤੋਂ ਸੁਣ ਸਕੋ। ਮੈਂ ਇਸ ਤਰ੍ਹਾਂ ਹੀ ਸੋਚਦਾ ਸੀ, ਜੇ ਅੱਜ ਤੁਸੀਂ ਸੈਂਡਲੀਆ ਬਿਲ ਓਹੀਓ ਵਿੱਚ ਜਾਓ ਤਾਂ ਤੁਸੀਂ ਸਿਰਫ FM ਸਟੇਸ਼ਨ ਨਹੀਂ ਵੇਖੋਗੇ, ਤੁਸੀਂ CDR ਨੈਟਵਰਕ ਵੇਖੋਗੇ, ਜਿੱਥੇ ਪੂਰੇ ਸਿਆਸੀ ਵੈਲੀ ਵਿੱਚ ਅਨੁਵਾਦਕ ਆਪਣਾ ਕੰਮ ਕਰ ਰਹੇ ਹਨ ਅਤੇ ਇਸ ਨੈਟਵਰਕ ਤੋਂ ਸੁਸਮਾਚਾਰ ਦੂਰ ਦੂਰ ਤੱਕ ਪਹੁੰਚ ਰਿਹਾ ਹੈ। ਜਦ ਮੈਨੂੰ ਕਾਲਜ ਵਿੱਚ ਉਪਦੇਸ਼ ਦੇਣ ਲਈ ਬ੍ਰਿਸਟ ਉਪਦੇਸ਼ਕ ਬਣਾਇਆ ਗਿਆ, ਇੱਕ ਚੀਜ਼ ਜੋ ਇਸ ਸੇਵਕਾਈ ਲਈ ਮੈਨੂੰ ਪਰੇਸ਼ਾਨ ਕਰਦੀ ਸੀ, ਉਹ ਇਹ ਹੈ ਰੇਡੀਓ ਦੇ ਕੰਮ ਜਿਨ੍ਹਾਂ ਨੂੰ ਮੈਂ ਪ੍ਰੇਮ ਕਰਦਾ ਸੀ। ਸਕੂਲ ਤੋਂ ਬਾਅਦ ਮੈਂ FM ਸਟੇਸ਼ਨ ਤੋਂ 3 ਤੋਂ 11 ਤੱਕ ਰਹਿੰਦਾ ਸੀ ਅਤੇ ਆਪਣੇ ਦਿਲ ਤੋਂ ਸਮਾਚਾਰ ਦਿੰਦਾ ਸੀ। ਇਹ ਮੇਰੇ ਖੂਨ ਵਿੱਚ ਸੀ ਅਤੇ ਪਰਮੇਸ਼ਰ ਦੀ ਆਵਾਜ਼ ਆਉਂਦੀ ਸੀ, ਜ਼ਰਮੀਆ, ਮੈਂ ਤੈਨੂੰ ਉਪਦੇਸ਼ ਲਈ ਬੁਲਾਇਆ ਹੈ ਅਤੇ ਮੈਨੂੰ ਇਸ ਤੋਂ ਵਾਪਸ ਜਾਣਾ ਸੀ। ਇਹ ਠੀਕ ਹੈ, ਮੈਂ ਨਹੀਂ ਜਾਣਦਾ ਸੀ ਕਿ ਮੈਂ ਆਗਿਆਕਾਰੀ ਹਾਂ ਜਾਂ ਅਨਆਗਿਆਕਾਰੀ। ਜਦ ਮੈਂ ਪੜ੍ਹਨ ਵਾਲਾ ਸੀ, ਗਰਮੀ ਦੀ ਰੁੱਤ ਵਿੱਚ ਇੱਕ ਦਿਨ ਮੈਂ ਇੱਕ ਫੈਸਲਾ ਕੀਤਾ ਕਿ ਮੈਂ ਕੁਝ ਟੈਲੀਵਿਜ਼ਨ ਅਤੇ ਰੇਡੀਓ ਦੇ ਪਾਠਕ੍ਰਮ ਲਵਾਂਗਾ ਅਤੇ ਉੱਥੇ ਗਿਆ ਅਤੇ ਇਹਨਾਂ ਨੂੰ ਲਿਆ। 2 ਜਾਂ 3 ਪਾਠਕ੍ਰਮ ਤੁਸੀਂ ਜਾਣਦੇ ਹੋ। ਮੇਰੇ ਕਹਿਣ ਦਾ ਕੀ ਮਤਲਬ ਹੈ? ਮੈਂ ਤਾਂ ਰੇਡੀਓ ਅਤੇ ਟੈਲੀਵਿਜ਼ਨ ਦੇ ਪਾਠਕ੍ਰਮ ਲੈਣਾ ਚਾਹੁੰਦਾ ਸੀ, ਪਰ ਨਹੀਂ ਜਾਣਦਾ ਸੀ ਕਿ ਇਹਨਾਂ ਨੂੰ ਛੱਡਣਾ ਪਵੇਗਾ। ਮੈਨੂੰ ਇਸ ਦਾ ਅਹਿਸਾਸ ਨਹੀਂ ਸੀ ਕਿ ਪਰਮੇਸ਼ਰ ਕੀ ਚਾਹੁੰਦਾ ਹੈ। ਅੱਜ ਇਹ ਬਦਲਾਅ ਪੂਰੇ ਦੇਸ਼ ਵਿੱਚ ਸੁਣਿਆ ਜਾਂਦਾ ਹੈ। ਪ੍ਰਚਾਰ ਪ੍ਰਸਾਰ ਜੋ ਪਰਮੇਸ਼ਰ ਚਾਹੁੰਦਾ ਸੀ, ਉਹ ਇਸ ਤੋਂ ਵੱਡਾ ਸੀ ਜੋ ਮੇਰੀ ਇੱਛਾ ਸੀ। ਉਸ ਦੀ ਪ੍ਰਭੁਤਾ ਕੰਮ ਕਰ ਰਹੀ ਸੀ, ਪਰ ਉਹ ਨਜ਼ਰ ਤੋਂ ਪਰੇ ਸੀ। ਉਹ ਸਭ ਕੁਝ ਜਾਣਦਾ ਸੀ ਜਿਸ ਦਾ ਮੈਨੂੰ ਅੰਦਾਜ਼ਾ ਵੀ ਨਹੀਂ ਸੀ। ਜੇ ਮੈਂ ਰੇਡੀਓ ਨੂੰ ਆਪਣੇ ਜੀਵਨ ਦਾ ਮਕਸਦ ਬਣਾ ਲੈਂਦਾ, ਅੱਜ ਮੇਰੇ ਕੋਲ ਪ੍ਰਚਾਰ ਪ੍ਰਸਾਰ ਦੀ ਮੰਡਲੀ ਨਾ ਹੁੰਦੀ। ਪਰਮੇਸ਼ਰ ਦੇ ਮਨ ਵਿੱਚ ਇਸ ਤੋਂ ਵੱਡਾ ਕੰਮ ਮੇਰੇ ਲਈ ਸੀ। ਉਹ ਮਾਰਗ ਬਣਾ ਰਿਹਾ ਸੀ ਜੋ ਮੇਰੀਆਂ ਨਜ਼ਰਾਂ ਤੋਂ ਪਰੇ ਸੀ। ਪਰਮੇਸ਼ਰ ਦੀ ਪ੍ਰਭੁਤਾ ਮੇਰੇ ਲਈ ਕੰਮ ਕਰ ਰਹੀ ਸੀ ਅਤੇ ਇਸ ਤਰ੍ਹਾਂ ਦੀ ਸਿੱਖਿਆ ਹੀ ਅਸੀਂ ਅਸਤਰ ਕੋਲੋਂ ਲੈਂਦੇ ਹਾਂ। ਇੱਥੇ ਉਹ ਬਿਨਾਂ ਮਾਤਾ ਪਿਤਾ ਦੇ ਹੀ ਜਵਾਨ ਹੋ ਰਹੀ ਸੀ। ਨਹੀਂ ਜਾਣਦੀ ਸੀ ਕਿ ਉਸ ਨੇ ਆਪਣੇ ਸੰਬੰਧੀਆਂ ਨੂੰ ਬਚਾਉਣਾ ਹੈ, ਪਰ ਹਰ ਵੇਲੇ ਅਦ੍ਰਿਸ਼ ਰੂਪ ਵਿੱਚ ਪਰਮੇਸ਼ਰ ਦਾ ਕੰਮ ਕਰ ਰਹੀ ਸੀ। ਇਹ ਜਾਣਦੇ ਹੋਏ ਕਿ ਇਤਿਹਾਸ ਵਿੱਚ ਉਸ ਦੇ ਲੋਕਾਂ ਲਈ ਇੱਕ ਸਮਾਂ ਆ ਰਿਹਾ ਹੈ ਜਦ ਉਸ ਦੀ ਜ਼ਰੂਰਤ ਪਵੇਗੀ ਕਿ ਉਹ ਪਰਮੇਸ਼ਰ ਦੇ ਲੋਕਾਂ ਨੂੰ ਬਚਾਵੇ। ਜਦ ਮਰਦਕਈ ਨੇ ਇਹ ਸੁਣਿਆ ਕਿ ਹਮਾਨ ਨੇ ਯਹੂਦੀਆਂ ਦਾ ਨਾਸ਼ ਕਰਨ ਦੀ ਘੋਸ਼ਣਾ ਕਰ ਦਿੱਤੀ ਹੈ, ਉਸ ਨੂੰ ਅਫਸੋਸ ਵਿੱਚ ਆਪਣੇ ਕੱਪੜੇ ਫਾੜੇ ਅਤੇ ਅਸਤਰ ਨੂੰ ਇਸ ਬਾਰੇ ਸੰਦੇਸ਼ ਭੇਜਿਆ, ਜੋ ਉਸ ਸਮੇਂ ਮਲਕਾ ਦੇ ਅਹੁਦੇ ਤੇ ਸੀ। ਪਰ ਉਹ ਝਿਝਕੀ। ਉਹ ਜਾਣਦੀ ਸੀ ਕਿ ਬਿਨਾਂ ਉਹਦੀ ਇਜਾਜ਼ਤ ਉਹ ਆਪਣੇ ਪਤੀ ਕੋਲ ਨਹੀਂ ਜਾ ਸਕਦੀ ਸੀ ਅਤੇ ਉਸ ਨੇ ਇਸ ਤਰ੍ਹਾਂ ਮਰਦਕਾਈ ਨੂੰ ਖੁਲਾਸਾ ਕੀਤਾ ਕਿ ਉਹ ਝਿਜਕਦੀ ਹੈ। ਅਸਤਰ 4 ਦੇ 13 ਤੇ 14 ਵੱਲ ਅਸੀਂ ਧਿਆਨ ਕਰਦੇ ਹਾਂ। ਮਰਦਕਾਈ ਨੇ ਜਦ ਉਸ ਦੀ ਝਿਜਕ ਦੇ ਬਾਰੇ ਸੁਣਿਆ ਤੇ ਅਸਤਰ ਨੂੰ ਕੀ ਆਖਿਆ? ਉਸਨੇ ਆਖਿਆ, ਤੂੰ ਆਪਣੇ ਮਨ ਵਿੱਚ ਇਹ ਵਿਚਾਰ ਨਾ ਕਰ ਕਿ ਸਾਰੇ ਯਹੂਦੀਆਂ ਵਿੱਚੋਂ ਪਾਤਸ਼ਾਹ ਦੇ ਮਹਿਲ ਵਿੱਚ ਤੂੰ ਵੀ ਬਚ ਜਾਵੇਂਗੀ। ਕਿਉਂ ਜੋ ਤੂੰ ਇਸ ਵੇਲੇ ਚੁੱਪ ਸਾਧ ਲਈ ਤਾਂ ਯਹੂਦੀਆਂ ਲਈ ਰਿਹਾਈ ਛੁਟਕਾਰਾ ਕਿਸੇ ਹੋਰ ਥਾਂ ਤੋਂ ਆਵੇਗਾ, ਪਰ ਤੂੰ ਅਤੇ ਤੇਰੇ ਪਿਤਾ ਦਾ ਟੱਬਰ ਨਾਸ਼ ਹੋ ਜਾਵੇਗਾ। ਅਤੇ ਕੀ ਜਾਣੀਏ ਕਿ ਤੂੰ ਅਜਿਹੇ ਵੇਲੇ ਲਈ ਪਾਤਸ਼ਾਹ ਤੱਕ ਪਹੁੰਚੀ ਹੋਵੇ। ਕਿੰਨਾ ਅਦਭੁਤ ਕਥਨ ਹੈ। ਮਰਦਕਾਈ ਨੇ ਕੀ ਕੀਤਾ? ਉਸਨੇ ਅਸਤੇਰ ਨੂੰ 3 ਵਿਕਲਪ ਦੱਸੇ। ਵਿਕਲਪ ਨੰਬਰ 1, ਉਸਨੇ ਆਖਿਆ, ਤੂੰ ਨਾਸ਼ ਹੋ ਸਕਦੀ ਹੈ ਜੇ ਤੂੰ ਕੁਝ ਨਹੀਂ ਕਰਦੀ। ਅਸਤਰ, ਤੂੰ ਇੱਕ ਯਹੂਦੀ ਹੈ ਅਤੇ ਦੂਸਰਾ, ਯਹੂਦੀਆਂ ਨਾਲ ਤੂੰ ਨਾਸ਼ ਹੋਣ ਜਾ ਰਹੀ ਹੈ। ਇਹ ਤੇਰੇ ਲਈ ਪਹਿਲਾ ਵਿਕਲਪ ਹੈ, ਕੁਝ ਨਹੀਂ ਕਰਦੀ। ਤੇਰੇ ਲਈ ਦੂਜਾ ਵਿਕਲਪ ਹੈ, ਉਸਨੇ ਆਖਿਆ, ਪਰਮੇਸ਼ਰ ਤੈਨੂੰ ਛੱਡ ਕੇ ਕਿਸੇ ਹੋਰ ਨੂੰ ਇਸਤੇਮਾਲ ਕਰੇਗਾ। ਕਿ ਇਹ ਮਜ਼ੇ ਦੀ ਗੱਲ ਨਹੀਂ ਜੋ ਮਰਦਕਈ ਨੇ ਆਖੀ? ਪਰਮੇਸ਼ਰ ਕਿਸੇ ਹੋਰ ਤਰੀਕੇ ਨਾਲ ਸਹਾਇਤਾ ਕਰੇਗਾ। ਕਈ ਵਾਰ ਅਸੀਂ ਇਸ ਤਰ੍ਹਾਂ ਸੋਚਦੇ ਹਾਂ ਕਿ ਅਸੀਂ ਇਹ ਨਹੀਂ ਕਰਾਂਗੇ ਜੋ ਪਰਮੇਸ਼ਰ ਚਾਹੁੰਦਾ ਹੈ ਤਾਂ ਇਹ ਨਹੀਂ ਹੋਵੇਗਾ। ਪਰਮੇਸ਼ਰ ਤੁਹਾਨੂੰ ਛੱਡ ਦੇਵੇਗਾ ਅਤੇ ਕਿਸੇ ਹੋਰ ਵਿਅਕਤੀ ਨੂੰ ਇਸਤੇਮਾਲ ਕਰੇਗਾ। ਪਰ ਤੀਸਰਾ ਵਿਕਲਪ ਸੀ, ਮੈਂ ਚਾਹੁੰਦਾ ਹਾਂ। ਉਸਨੇ ਇਸ ਤਰ੍ਹਾਂ ਆਖਿਆ ਹੋਇਆ, ਮੇਰੀ ਪਿਆਰੀ ਬੱਚੀ, ਤੇਰਾ ਜਨਮ ਇਸ ਕੰਮ ਨੂੰ ਇਸ ਸਮੇਂ ਕਰਨ ਵਾਸਤੇ ਹੀ ਹੋਇਆ ਸੀ। ਸ਼ਾਇਦ ਪਰਮੇਸ਼ਰ ਨੇ ਇਸ ਸਮੇਂ ਤੈਨੂੰ ਆਪਣੇ ਬੱਚਿਆਂ ਦੇ ਛੁਟਕਾਰੇ ਲਈ ਹੀ ਉੱਥੇ ਭੇਜਿਆ ਸੀ।
ਤੈਨੂੰ ਇਹ ਮੁਸ਼ਕਲ ਜਾਪਦਾ ਹੈ, ਪਰ ਪਰਮੇਸ਼ਰ ਨੇ ਤੈਨੂੰ ਵਫ਼ਾਦਾਰੀ ਲਈ ਹੀ ਸੱਦਿਆ ਹੈ। ਇਸ ਗੱਲ ਨੂੰ ਹਲਕੀ ਕਰਕੇ ਨਾ ਲੈ ਅਤੇ ਹੁਣ ਅਸਤੇ ਨੂੰ ਹੀ ਆਪਣਾ ਫੈਸਲਾ ਲੈਣਾ ਸੀ। ਜਦ ਅਸੀਂ ਪਰਮੇਸ਼ਰ ਦੀ ਪ੍ਰਭੁਤਾ ਦੇ ਬਾਰੇ ਗੱਲ ਕਰਦੇ ਹਾਂ, ਤਾਂ ਕੁਝ ਲੋਕ ਇਸ ਦੇ ਬਾਰੇ ਗਲਤ ਤਰੀਕੇ ਨਾਲ ਸੋਚਦੇ ਹਨ। ਉਹ ਸੋਚਦੇ ਹਨ, ਤੁਸੀਂ ਆਰਾਮ ਨਾਲ ਪਿੱਛੇ ਹੋ ਕੇ ਬੈਠ ਜਾਓ ਅਤੇ ਪਰਮੇਸ਼ਰ ਇਸ ਨੂੰ ਕਰ ਦੇਵੇਗਾ। ਪਰ ਮੈਂ ਚਾਹੁੰਦਾ ਹਾਂ ਕਿ ਤੁਸੀਂ ਇਸ ਕਹਾਣੀ ਨੂੰ ਧਿਆਨ ਨਾਲ ਪੜ੍ਹੋ ਕਿ ਅਸਤਰ ਕਿਸ ਤਰ੍ਹਾਂ ਇਸ ਵਿੱਚ ਕਠਿਨ ਸੰਘਰਸ਼ ਕਰਦੀ ਹੈ ਕਿ ਨਹੀਂ ਕਰਦੀ। ਪਰਮੇਸ਼ਰ ਦ੍ਰਿਸ਼ ਦੇ ਪਿੱਛੇ ਕੰਮ ਕਰ ਰਿਹਾ ਸੀ, ਪਰ ਅਸਤਰ ਆਪਣੀ ਇਨਸਾਨੀਅਤ ਭਾਵਨਾਵਾਂ ਵਿੱਚ ਜੁੜੀ ਹੋਈ ਸੀ। ਉਹ ਚੌਥੇ ਅਧਿਆਏ ਦੇ 15 ਤੇ 16 ਐਤਾਂ ਵਿੱਚ ਉਹ ਸਾਨੂੰ ਦੱਸਦੀ ਹੈ। ਤਾਂ ਅਸਤਰ ਨੇ ਮਰਦਕਈ ਨੂੰ ਮੁੜ ਆਖਿਆ ਕਿ ਜਾ ਅਤੇ ਸ਼ੂਸ਼ਨ ਵਿੱਚ ਜਿੰਨੇ ਯਹੂਦੀ ਹਨ ਉਹਨਾਂ ਨੂੰ ਇਕੱਠਾ ਕਰ ਅਤੇ ਤੁਸੀਂ ਮੇਰੇ ਲਈ ਵਰਤ ਰੱਖੋ ਅਤੇ 3 ਦਿਨ ਤੱਕ ਦਿਨ ਰਾਤ ਤੱਕ ਨਾ ਕੁਝ ਖਾਣਾ ਅਤੇ ਨਾ ਹੀ ਪੀਣਾ, ਅਤੇ ਮੈਂ ਆਪਣੀਆਂ ਸਹੇਲੀਆਂ ਸਣੇ ਐਵੇਂ ਹੀ ਵਰਤ ਰੱਖਾਂਗੀ। ਇਉਂ ਹੀ ਮੈਂ ਪਾਤਸ਼ਾਹ ਦੇ ਕੋਲ ਜਾਵਾਂਗੀ, ਜਿਹੜਾ ਕਾਨੂੰਨ ਦੇ ਅਨੁਸਾਰ ਨਹੀਂ। ਜੇ ਮੈਂ ਮਿਟ ਗਈ ਤੇ ਮਿਟ ਗਈ। ਕੀ ਤੁਸੀਂ ਇਸ ਔਰਤ ਦੇ ਦਿਲ ਦੇ ਦਰਦ ਅਤੇ ਪਰੇਸ਼ਾਨੀ ਨੂੰ ਵੇਖ ਸਕਦੇ ਹੋ ਕਿ ਇਸ ਜਗ੍ਹਾ ਪਰਮੇਸ਼ਰ ਆਪਣੀ ਪ੍ਰਭੁਤਾ ਵਿੱਚ ਉਪਸਥਿਤੀ ਨੂੰ ਕਾਬੂ ਕਰ ਸਕਦਾ ਹੈ? ਹਾਂ, ਪਰ ਇਸ ਦਾ ਅਰਥ ਇਹ ਨਹੀਂ ਕਿ ਅਸੀਂ ਆਪਣੀ ਜ਼ਿੰਮੇਵਾਰੀ ਤੋਂ ਹਟ ਜਾਈਏ। ਸਾਨੂੰ ਫੈਸਲਾ ਕਰਨ ਦੇ ਦਰਦ ਵਿੱਚ ਗੁਜ਼ਰਨਾ ਪਵੇਗਾ। ਇਸੇ ਚੀਜ਼ ਨੂੰ ਅਸਤਰ ਆਪਣੀ ਆਖਰੀ ਪੰਕਤੀ ਵਿੱਚ ਕਹਿੰਦੀ ਹੈ, ਜੇ ਮੈਂ ਮਿਟ ਗਈ ਤੇ ਮਿਟ ਗਈ। ਦੂਸਰੇ ਸ਼ਬਦਾਂ ਵਿੱਚ, ਭਾਵੇਂ ਕੁਝ ਵੀ ਹੋਵੇ ਮੈਂ ਕਰਾਂਗੀ। ਪਰ ਮੈਂ ਸੋਚਦਾ ਹਾਂ ਉਹ ਇਸ ਤਰ੍ਹਾਂ ਕਹਿ ਰਹੀ ਸੀ, ਮੈਂ ਉਹ ਕਰਾਂਗੀ ਜੋ ਪਰਮੇਸ਼ਰ ਚਾਹੁੰਦਾ ਹੈ ਮੈਂ ਇਸ ਦਿਸ਼ਾ ਵਿੱਚ ਕਰਾਂ। ਨੰਬਰ 4, ਅਸਤੇਰ ਆਪਣੀ ਜ਼ਿੰਮੇਵਾਰੀ ਦੇ ਪ੍ਰਤੀ ਵਫਾਦਾਰ ਸੀ। ਇਸ ਤਰ੍ਹਾਂ ਪਰਮੇਸ਼ਰ ਦੀ ਪ੍ਰਭੁਤਾ ਦਾ ਪ੍ਰਭਾਵ ਕੰਮ ਕਰਦਾ ਹੈ। ਉਸ ਦੀ ਜ਼ਿੰਮੇਵਾਰੀ ਉਸ ਦੇ ਅੰਦਰ ਕੰਮ ਕਰ ਰਹੀ ਸੀ। ਜਦ ਲੜਕੀ ਘਰ ਵਿੱਚ ਜਵਾਨ ਹੋ ਰਹੀ ਸੀ, ਜਿੱਥੇ ਉਸ ਨੂੰ ਸਹੀ ਦਿਸ਼ਾ ਵਿੱਚ ਗਿਆਨ ਦਿੱਤਾ ਜਾ ਰਿਹਾ ਸੀ, ਉਹ ਪਰਮੇਸ਼ਰ ਦਾ ਹੱਥ ਆਪਣੇ ਉੱਤੇ ਦੇਖ ਰਹੇ ਸਨ। ਉਹ ਇਸ ਗੱਲ ਨੂੰ ਜਾਣਦੇ ਸਨ ਕਿ ਉਹਨਾਂ ਦੀ ਆਪਣੀ ਜ਼ਿੰਮੇਵਾਰੀ ਦਾ ਮਹੱਤਵ ਹੈ, ਕਿ ਉਹਨਾਂ ਨੂੰ ਆਪਣੀ ਜ਼ਿੰਮੇਵਾਰੀ ਨਿਭਾਉਣੀ ਹੈ ਅਤੇ ਔਖੇ ਸਮੇਂ ਵਿੱਚ ਜ਼ਿੰਮੇਦਾਰੀ ਨਾਲ ਆਪਣੇ ਜੀਵਨ ਵਿੱਚ ਕੰਮ ਕਰਨਾ ਹੈ। ਜਦ ਮੈਂ ਪਰਮੇਸ਼ਰ ਦੀ ਪ੍ਰਭੁਤਾ ਦੇ ਬਾਰੇ ਸੋਚਦਾ ਹਾਂ ਤਾਂ ਇੱਕ ਗੱਲ ਜ਼ਰੂਰ ਸੋਚਦਾ ਹਾਂ ਕਿ ਵੱਡੀ ਜ਼ਿੰਮੇਦਾਰੀ ਸਾਨੂੰ ਵੱਡੀ ਪਰੇਸ਼ਾਨੀ ਜ਼ਰੂਰ ਦਿੰਦੀ ਹੈ। ਕਿ ਕਦੀ ਤੁਸੀਂ ਇਸ ਦੇ ਬਾਰੇ ਸੋਚਿਆ ਹੈ, ਪਰਮੇਸ਼ਰ ਦੀ ਪ੍ਰਭੁਤਾ ਸਭ ਉੱਤੇ ਕੰਮ ਕਰਦੀ ਹੈ ਅਤੇ ਮੈਂ ਇਹ ਸਭ ਚੀਜ਼ਾਂ ਨੂੰ ਕਿਸ ਤਰ੍ਹਾਂ ਗਿਣ ਸਕਦਾ ਹਾਂ? ਮੈਨੂੰ ਯਾਦ ਹੈ, ਇੱਕ ਦਿਨ ਮੈਂ ਸਮੁੰਦਰ ਦੇ ਕਿਨਾਰੇ ਖੜਾ ਸੀ ਅਤੇ ਮੈਂ ਚਾਰੇ ਪਾਸੇ ਵੇਖ ਰਿਹਾ ਸੀ ਅਤੇ ਮੈਨੂੰ ਪਾਣੀ ਦੇ ਸਿਵਾ ਕੁਝ ਨਜ਼ਰ ਨਹੀਂ ਆ ਰਿਹਾ ਸੀ। ਜਦ ਆਕਾਸ਼ ਵੱਲ ਵੇਖਿਆ ਤਾਂ ਆਕਾਸ਼ ਦਾ ਫੈਲਣਾ ਅਤੇ ਕੁਝ ਤਾਰੇ ਦਿਸ ਰਹੇ ਸੀ ਅਤੇ ਸੋਚ ਰਿਹਾ ਸੀ ਕਿ ਜਗਤ ਜਿਸ ਦੀ ਰਚਨਾ ਪਰਮੇਸ਼ਰ ਨੇ ਕੀਤੀ ਹੈ, ਅਸੀਂ ਇਸ ਨੂੰ ਕਿੰਨਾ ਛੋਟਾ ਕਰਕੇ ਵੇਖਦੇ ਹਾਂ। ਤੁਸੀਂ ਸੈਂਕੜੋਂ ਅਤੇ ਹਜ਼ਾਰਾਂ ਅਤੇ ਕਰੋੜੋਂ ਲੋਕਾਂ ਨੂੰ ਵੇਖਦੇ ਹੋ ਅਤੇ ਪਰੇਸ਼ਾਨ ਹੋ ਜਾਂਦੇ ਹੋ ਕਿ ਇੱਕ ਵਿਅਕਤੀ ਨੂੰ ਕਿਸ ਤਰ੍ਹਾਂ ਚੁਣੀਏ। ਤੁਸੀਂ ਸੋਚਦੇ ਹੋ ਅਸਤਰ ਵੀ ਇਸੇ ਤਰ੍ਹਾਂ ਹੀ ਮਹਿਸੂਸ ਕਰ ਰਹੀ ਹੋਵੇਗੀ। ਤੁਸੀਂ ਸੋਚਦੇ ਹੋ ਕੋਈ ਇੱਕ ਜਿਸ ਨੂੰ ਜ਼ਿੰਮੇਦਾਰੀ ਦਿੱਤੀ ਗਈ ਹੈ, ਉਹ ਇਸ ਤਰ੍ਹਾਂ ਹੀ ਸੋਚਦਾ ਹੋਵੇਗਾ। ਅਸੀਂ ਕਦੀ ਇਸ ਤਰ੍ਹਾਂ ਸੋਚਣ ਦੀ ਕੋਸ਼ਿਸ਼ ਨਹੀਂ ਕਰਦੇ ਕਿ ਪਰਮੇਸ਼ਰ ਕੋਲ ਹਰੇਕ ਲਈ ਕੋਈ ਯੋਜਨਾ ਹੈ। ਮੈਂ ਸੋਚਦਾ ਹਾਂ ਇਹ ਲੜਕੀ ਜੋ ਘਰ ਵਿੱਚ ਪਲ ਰਹੀ ਸੀ, ਇਸ ਤਰ੍ਹਾਂ ਸੋਚ ਰਹੀ ਹੋਵੇਗੀ ਕਿ ਪਰਮੇਸ਼ਰ ਕੋਲ ਉਹਨਾਂ ਲਈ ਕੋਈ ਯੋਜਨਾ ਨਹੀਂ ਹੈ, ਪਰ ਉਹਨਾਂ ਲਈ ਇੱਕ ਜਗ੍ਹਾ ਹੁੰਦੀ ਹੈ ਅਤੇ ਪਰਮੇਸ਼ਰ ਕੋਲ ਉਹਨਾਂ ਲਈ ਕੋਈ ਯੋਜਨਾ ਹੁੰਦੀ ਹੈ ਅਤੇ ਉਹ ਪਰਮੇਸ਼ਰ ਲਈ ਮਹੱਤਵਪੂਰਨ ਹਨ ਅਤੇ ਹਰੇਕ ਵਿਅਕਤੀ ਉਸ ਲਈ ਮਹੱਤਵਪੂਰਨ ਹੈ। ਮੈਨੂੰ ਇਹ ਨਾ ਦੱਸੋ ਕਿ ਇਹ ਇੱਕ ਵਿਅਕਤੀ ਬਦਲਾਅ ਨਹੀਂ ਲਿਆ ਸਕਦਾ। ਪਰਮੇਸ਼ਰ ਦੀ ਪ੍ਰਭੁਤਾ ਇੱਕ ਵਿਅਕਤੀ ਦੀ ਮਹੱਤਤਾ ਨੂੰ ਉਚਾਈਆਂ ਤੇ ਲੈ ਜਾਂਦੀ ਹੈ ਅਤੇ ਮੈਂ ਇਸ ਗੱਲ ਤੋਂ ਨਫ਼ਰਤ ਕਰਦਾ ਹਾਂ ਕਿ ਪਿਛਲੇ ਇਤਿਹਾਸ ਵਿੱਚ ਕੋਈ ਅਸਤਰ ਨਹੀਂ ਹੋਈ। ਇਨਸਾਨ ਆਪਣੇ ਨਜ਼ਰੀਏ ਨਾਲ ਇਹ ਸੋਚ ਸਕਦਾ ਹੈ ਕਿ ਅਸਤਰ ਪਰਮੇਸ਼ਰ ਦੇ ਪ੍ਰਤੀ ਆਗਿਆਕਾਰ ਨਹੀਂ ਹੈ ਅਤੇ ਉਹ ਇਸ ਘੜੀ ਵਿੱਚ ਕਿਸ ਤਰ੍ਹਾਂ ਸਭ ਲਈ ਖੜੀ ਹੋ ਸਕਦੀ ਹੈ। ਤਾਂ ਫਿਰ ਪਰਮੇਸ਼ਰ ਦੀ ਯੋਜਨਾ ਗੜਬੜਾ ਜਾਏਗੀ। ਉਹ ਨਹੀਂ ਆਖ ਸਕਦੀ ਮੈਂ ਕੁਝ ਨਹੀਂ ਕਰ ਸਕਦੀ। ਉਹ ਨਹੀਂ ਆਖ ਸਕਦੀ ਮੈਂ ਮਹੱਤਵਪੂਰਨ ਨਹੀਂ ਹਾਂ। ਉਸ ਨੂੰ ਇਨਕਾਰ ਕਰਨਾ ਸੀ ਜੋ ਪਰਮੇਸ਼ਰ ਨੇ ਉਸ ਨੂੰ ਕਰਨ ਲਈ ਆਖਿਆ ਸੀ। ਨੰਬਰ 5, ਸਿਆਸੀ ਰਾਣੀ ਦੀ ਸਿੱਖਿਆ। ਮੈਂ ਅਸਤਰ ਦੀ ਕਹਾਣੀ ਦਾ ਸਰਵੇਖਣ ਕੀਤਾ ਇਸ ਲਈ ਕਿ ਤੁਹਾਨੂੰ ਅੱਜ ਲਈ 2 ਜਾਂ 3 ਸਿੱਖਿਆ ਦੇਵਾਂ ਜਿਸ ਦੇ ਬਾਰੇ ਮੈਂ ਸਾਸੀ ਰਾਣੀ ਦੇ ਜੀਵਨ ਤੋਂ ਜਾਣਿਆ। ਮੈਂ ਸੋਚਦਾ ਹਾਂ ਇਹ ਸਿੱਖਿਆ ਅੱਜ ਦੀਆਂ ਜਵਾਨ ਔਰਤਾਂ ਲਈ ਬਹੁਤ ਜ਼ਰੂਰੀ ਹੈ ਅਤੇ ਇਸ ਲਈ ਵੀ ਬਹੁਤ ਜ਼ਰੂਰੀ ਹੈ ਕਿ ਅਸੀਂ ਆਪਣੇ ਘਰਾਂ ਵਿੱਚ ਆਪਣੀਆਂ ਬੱਚੀਆਂ ਨੂੰ ਤਿਆਰ ਕਰ ਸਕੀਏ। ਭਾਗ ਊੜਾ, ਯੋਜਨਾ ਜਿੰਨੀ ਗੰਭੀਰ ਹੁੰਦੀ ਹੈ ਉਸ ਦੀ ਤਿਆਰੀ ਵੀ ਉਨੀ ਗੰਭੀਰ ਹੁੰਦੀ ਹੈ। ਸਭ ਤੋਂ ਪਹਿਲਾਂ ਸਿੱਖਿਆ ਨੰਬਰ 1, ਯੋਜਨਾ ਜਿੰਨੀ ਗੰਭੀਰ ਹੁੰਦੀ ਹੈ ਓਨੀ ਹੀ ਉਸ ਦੀ ਤਿਆਰੀ ਵੀ ਗੰਭੀਰ ਹੈ। ਅਸਤੇਰ ਨੇ ਮਰਦਕਾਈ ਕੋਲੋਂ ਖਬਰ ਸੁਣਦਿਆਂ ਹੀ ਰਾਜਾ ਨਾਲ
ਬਿਨਾਂ ਤਿਆਰੀ ਦੇ ਗੱਲਬਾਤ ਕਰਨੀ ਨਾ ਚਾਹੀ ਅਤੇ ਉਸਨੇ ਸਾਰੇ ਯਹੂਦੀਆਂ ਨੂੰ ਤਿਆਰ ਕੀਤਾ ਕਿ ਉਸ ਦੀ ਸਹਾਇਤਾ ਕਰਨ। ਅਸੀਂ ਇਸ ਤਰ੍ਹਾਂ ਸਮਝ ਸਕਦੇ ਹਾਂ ਕਿ ਉਸਨੇ ਉਹਨਾਂ ਨੂੰ ਫੋਨ ਕੀਤਾ ਅਤੇ ਆਖਿਆ ਕਿ ਉਸ ਲਈ ਪ੍ਰਾਰਥਨਾ ਕਰੋ ਜੋ ਉਹ ਕਰ ਸਕਦੇ ਹਨ। ਉਸਨੇ ਆਪਣੇ ਸੰਬੰਧੀਆਂ ਨੂੰ ਆਖਿਆ ਕਿ ਉਸ ਦੀ ਹੀ ਤਰ੍ਹਾਂ ਉਹ ਵੀ 3 ਦਿਨ ਲਈ ਵਰਤ ਰੱਖਣ। ਉਹ ਜਾਣਦੀ ਸੀ ਕਿ ਉਸ ਨੂੰ ਔਖੀ ਘੜੀ ਲਈ ਪ੍ਰਾਰਥਨਾ ਕਰਨ ਦੀ ਜ਼ਰੂਰਤ ਹੈ। ਸਾਡੀਆਂ ਬੱਚੀਆਂ ਨੂੰ ਵੀ ਇਸੇ ਤਰ੍ਹਾਂ ਸਿੱਖਿਆ ਲੈਣ ਦੀ ਜ਼ਰੂਰਤ ਹੈ। ਜਦ ਮੈਂ ਨਵੇਂ ਨਿਯਮ ਵਿੱਚ ਪੜ੍ਹਿਆ, ਮੈਨੂੰ ਯਾਦ ਹੈ ਕਿ ਜਦ ਯਿਸੂ ਨੇ 12 ਚੇਲੇ ਚੁਣਨ ਤੋਂ ਪਹਿਲਾਂ ਪੂਰੀ ਰਾਤ ਪ੍ਰਾਰਥਨਾ ਕੀਤੀ ਸੀ। ਉਸਨੇ ਇਸ ਤਰ੍ਹਾਂ ਕਿਉਂ ਕੀਤਾ ਸੀ? ਕਿਉਂਕਿ ਉਹ ਉਸ ਦਾ ਬਹੁਤ ਔਖਾ ਕਦਮ ਸੀ, ਜਦ ਕਿ ਉਹ ਪਰਮੇਸ਼ਰ ਦਾ ਪੁੱਤਰ ਸੀ। ਫਿਰ ਵੀ ਉਸਨੇ ਰੁਕ ਕੇ ਆਪਣੇ ਪਿਤਾ ਨਾਲ ਸੰਬੰਧ ਬਣਾਇਆ ਤਾਂ ਕਿ ਉਹ ਸਹੀ ਚੋਣ ਕਰ ਸਕੇ। ਕਈ ਵਾਰ ਅਸੀਂ ਸੋਚਦੇ ਹਾਂ ਕਿ ਆਤਮਿਕ ਤਿਆਰੀ ਸਮੇਂ ਵਿਅਰਥ ਗਵਾਉਂਦਾ ਹੈ। ਸਾਡੀ ਇਸ ਤਰ੍ਹਾਂ ਦੀ ਸੋਚ ਦਾ ਅਰਥ ਹੈ ਸਾਈਕਲ ਨੂੰ ਬਿਨਾਂ ਚੈਨ ਦੇ ਚਲਾਣਾ। ਮੈਂ ਚਾਹੁੰਦਾ ਹਾਂ ਕਿ ਵੱਧ ਤੋਂ ਵੱਧ ਮਸੀਹ ਜਵਾਨ ਔਰਤਾਂ ਇਸ ਗੱਲ ਨੂੰ ਸਮਝ ਜਾਣ ਕਿ ਕੋਈ ਵੀ ਫੈਸਲਾ, ਚਾਹੇ ਉਹ ਸ਼ਾਦੀ ਦੇ ਪ੍ਰਤੀ ਹੋਵੇ, ਉਸ ਨੂੰ ਸੋਚ ਸਮਝ ਕੇ ਅਤੇ ਰੋਕ ਕੇ ਤਦ ਤੱਕ ਨਾ ਲੈਣ ਜਦ ਤੱਕ ਪਰਮੇਸ਼ਰ ਉਹਨਾਂ ਦੇ ਦਿਲ ਵਿੱਚ ਸਹੀ ਦਿਸ਼ਾ ਨਾ ਦੱਸ ਦਏ। ਯੋਜਨਾ ਜਿੰਨੀ ਗੰਭੀਰ ਹੁੰਦੀ ਹੈ, ਉਸ ਦੀ ਤਿਆਰੀ ਉਨੀ ਹੀ ਗੰਭੀਰ ਹੁੰਦੀ ਹੈ। ਇਸ ਵਿੱਚ ਪੂਰੀ ਜ਼ਿੰਦਗੀ ਦਾ ਪ੍ਰਸ਼ਨ ਹੈ ਅਤੇ ਤੁਸੀਂ ਜਾਣਦੇ ਹੋ ਕਿਸ ਤਰ੍ਹਾਂ। ਮੈਂ ਸੋਚਦਾ ਹਾਂ, ਜੇ ਤੁਸੀਂ ਸ਼ਾਦੀ ਕਰਨ ਦੀ ਤਿਆਰੀ ਤੋਂ ਪਹਿਲਾਂ ਇਸ ਬਾਰੇ ਸਮਾਂ ਬਤੀਤ ਕਰੋ ਤਾਂ ਇਹ ਤੁਹਾਡੀ ਸ਼ਾਦੀ ਲੰਮੇ ਸਮੇਂ ਤੱਕ ਨਿਭੇਗੀ। ਪਰ ਇਹ ਤਿਆਰੀ ਗੰਭੀਰ ਹੈ ਅਤੇ ਕਈ ਪ੍ਰਸ਼ਨ ਹੱਲ ਕਰਦੇ ਹੁੰਦੇ ਹਨ ਅਤੇ ਮਾਤਾ ਪਿਤਾ ਹੋਣ ਦੇ ਨਾਤੇ ਸਾਨੂੰ ਬੱਚਿਆਂ ਨਾਲ ਗੱਲਬਾਤ ਕਰਨ ਵਿੱਚ ਅਤੇ ਉਹਨਾਂ ਦੀ ਸਹਾਇਤਾ ਕਰਨ ਵਿੱਚ ਘਬਰਾਉਣਾ ਨਹੀਂ ਚਾਹੀਦਾ। ਜਿਸ ਤਰ੍ਹਾਂ ਅਸਤਰ ਨੇ ਰਾਜਾ ਨਾਲ ਗੱਲਬਾਤ ਕੀਤੀ, ਸਾਨੂੰ ਵੀ ਉਸੇ ਤਰ੍ਹਾਂ ਹੀ ਸੁਣਨ ਵਾਲੇ ਦੀ ਨਿਗਾਹ ਵਿੱਚ ਆਪਣੇ ਆਪ ਨੂੰ ਫਤਿਹ ਕਰਨ ਦੀ ਜ਼ਰੂਰਤ ਹੈ ਅਤੇ ਸਾਡੀਆਂ ਪ੍ਰਾਰਥਨਾਵਾਂ ਮਨਜ਼ੂਰ ਹੋ ਸਕੇ। ਪਰ ਸਾਨੂੰ ਅਤੇ ਸਾਡੀਆਂ ਬੱਚੀਆਂ ਨੂੰ ਅਸਤਰ ਕੋਲੋਂ ਸਿੱਖਣਾ ਚਾਹੀਦਾ ਹੈ ਕਿ ਜਿੰਨੀ ਗੰਭੀਰ ਯੋਜਨਾ, ਉਨੀ ਗੰਭੀਰ ਤਿਆਰੀ। ਕਿਸੇ ਵੱਡੇ ਫੈਸਲੇ ਦੀ ਤਿਆਰੀ ਲਈ ਆਤਮਿਕ ਤਿਆਰੀ ਵਿੱਚ ਬਿਤਾਇਆ ਗਿਆ ਸਮੇਂ ਵਿਅਰਥ ਨਹੀਂ ਜਾਂਦਾ। ਕਿਸੇ ਵੱਡੀ ਚੁਣੌਤੀ ਦਾ ਸਾਹਮਣਾ ਕਰਨ ਲਈ ਪਰਮੇਸ਼ਰ ਦੀ ਇੱਛਾ ਨੂੰ ਜਾਣਨਾ ਬਹੁਤ ਜ਼ਰੂਰੀ ਹੁੰਦਾ ਹੈ। ਫਿਰ ਯਾਦ ਰੱਖੋ, ਜਿੰਨੀ ਗੰਭੀਰ ਯੋਜਨਾ, ਉਨਾ ਹੀ ਮਹੱਤਵਪੂਰਨ ਫੈਸਲਾ, ਉਨੀ ਹੀ ਗੰਭੀਰ ਤਿਆਰੀ। ਮੈਂ ਕਿਸ ਲਈ ਸਕੂਲ ਜਾ ਰਿਹਾ ਹਾਂ? ਮੈਂ ਕਿਸ ਨਾਲ ਸ਼ਾਦੀ ਕਰਨ ਜਾ ਰਿਹਾ ਹਾਂ? ਮੇਰਾ ਭਵਿੱਖ ਕੀ ਹੈ? ਮੇਰਾ ਮਕਸਦ ਕੀ ਹੈ? ਤਿਆਰੀ ਲਈ ਸਮੇਂ ਬਤੀਤ ਕਰੋ, ਇਹ ਵਿਅਰਥ ਨਹੀਂ ਜਾਏਗਾ। ਸਫਲ ਭਵਿੱਖ ਦੀ ਇਹ ਕੁੰਜੀ ਹੈ। ਭਾਗ ਐੜਾ ਮਹੱਤਵਪੂਰਨ ਵਿਸ਼ੇ ਦੇ ਬਾਰੇ ਸੋਚਣਾ ਹੀ ਦੁਨਿਆਵੀ ਕੰਮ ਕਰਨਾ ਹੈ। ਨੰਬਰ 2, ਮਹੱਤਵਪੂਰਨ ਮਾਮਲੇ ਲਈ ਰੁਕਣਾ ਅਤੇ ਉਸ ਬਾਰੇ ਸੋਚਣ ਦਾ ਮਤਲਬ ਹੈ ਦੁਨਿਆਵੀ ਕੰਮਾਂ ਨੂੰ ਸਹੀ ਤਰੀਕੇ ਨਾਲ ਕਰ ਸਕਣਾ। ਜਦ ਤੁਸੀਂ ਮਹੱਤਵਪੂਰਨ ਮਾਮਲੇ ਨੂੰ ਹੱਲ ਕਰਨਾ ਚਾਹੁੰਦੇ ਹੋ ਤਾਂ ਵਿੱਚ ਵਿਚਾਲੇ ਹੋਣ ਦੀ ਸਥਿਤੀ ਤੋਂ ਬਾਹਰ ਆਉਣਾ ਪਵੇਗਾ। ਕਈ ਵਾਰ ਅਸੀਂ ਇਸ ਤਰ੍ਹਾਂ ਸੋਚਦੇ ਹਾਂ, ਰੁਕੇ ਰਹਿਣ ਦਾ ਅਰਥ ਹੈ ਹੌਸਲੇ ਨੂੰ ਛੱਡ ਦੇਣਾ। ਮੈਂ ਚਾਹੁੰਦਾ ਹਾਂ ਤੁਸੀਂ ਧਿਆਨ ਦਿਓ ਕਿ ਇਹ ਤੁਹਾਨੂੰ ਰਾਣੀ ਅਸਤਰ ਦੇ ਜੀਵਨ ਵਿੱਚ ਕਿਹੜੀ ਗੱਲ ਸਭ ਤੋਂ ਔਖੀ ਨਜ਼ਰ ਆਉਂਦੀ ਹੈ। ਉਹ ਰਾਜੇ ਦੇ ਅੱਗੇ ਪੇਸ਼ ਹੁੰਦੀ ਹੈ ਤਾਂ ਕਿ ਉਹ ਆਪਣੇ ਲੋਕਾਂ ਨੂੰ ਬਚਾ ਸਕੇ ਅਤੇ ਉਹ ਹਮਾਨ ਨੂੰ ਅਤੇ ਰਾਜੇ ਨੂੰ ਮਹਾਭੋਜ ਤੇ ਆਉਣ ਦਾ ਸੱਦਾ ਦਿੰਦੀ ਹੈ ਅਤੇ ਅਸਤਰ 5 ਦੇ 4 ਵਚਨ ਆਖਦਾ ਹੈ। ਇਸ ਐਤ ਦੇ ਆਖਰੀ ਹਿੱਸੇ ਤੇ ਧਿਆਨ ਦਿਓ। ਪ੍ਰਸ਼ਾਦ ਛਕਣ ਲਈ ਜਿਹੜਾ ਮੈਂ ਆਪ ਦੇ ਲਈ ਤਿਆਰ ਕੀਤਾ ਹੈ। ਪ੍ਰਸ਼ਾਦ ਕੌਣ ਤਿਆਰ ਕਰ ਰਿਹਾ ਸੀ? ਅਸਤਰ ਸੀ। ਇਸ ਤੋਂ 3 ਦਿਨ ਪਹਿਲਾਂ ਉਹ ਕੀ ਕਰ ਰਹੀ ਸੀ? ਉਹ ਵਰਤ ਕਰ ਰਹੀ ਸੀ। ਕੀ ਕਦੇ ਤੁਸੀਂ ਵਰਤ ਵਿੱਚ ਪ੍ਰਸ਼ਾਦ ਬਣਾਇਆ ਹੈ? 3 ਦਿਨਾਂ ਤੋਂ ਉਹ ਵਰਤ ਵਿੱਚ ਸੀ ਅਤੇ ਪ੍ਰਾਰਥਨਾ ਕਰ ਰਹੀ ਸੀ ਜਦ ਉਹ ਆਪਣੇ ਪਤੀ ਲਈ ਅਤੇ ਹਮਾਨ ਲਈ ਪ੍ਰਸ਼ਾਦ ਤਿਆਰ ਕਰ ਰਹੀ ਸੀ। ਇਹ ਇੱਕ ਰੋਚਕ ਗੱਲ ਹੈ ਕਿ ਜਦ ਉਹ ਮਹੱਤਵਪੂਰਨ ਮਾਮਲੇ ਲਈ ਇੰਤਜ਼ਾਰ ਕਰ ਰਹੀ ਸੀ, ਉਸਨੇ ਦੁਨਿਆਵੀ ਕੰਮ ਕੀਤੇ। ਉਹ ਸਭ ਕੁਝ ਕਰ ਰਹੀ ਸੀ ਜਿਸ ਦੇ ਕਰਨ ਦੀ ਜ਼ਰੂਰਤ ਸੀ। ਜੇ ਤੁਸੀਂ ਚਾਹੁੰਦੇ ਹੋ ਕਿ ਤੁਹਾਡੀ ਬੇਟੀ ਵੀ ਅਸਤਰ ਵਾਂਗੂ ਬਣੇ ਤਾਂ ਤੁਹਾਨੂੰ ਸਿੱਖਿਆ ਦੇਣੀ ਪਵੇਗੀ ਕਿ ਉਹ ਉਸਦੇ ਵਾਂਗੂ ਹੀ ਜੀਵਨ ਬਿਤਾਏ। ਘਰ ਦਾ ਕੰਮ ਕਰਨਾ ਚਾਹੀਦਾ ਹੈ, ਭਾਵੇਂ ਅਸੀਂ ਆਪਣੇ ਸਾਥੀਆਂ ਨਾਲ ਅਫਰੀਕਾ ਲਈ ਇੱਕ ਟੂਰ ਤੇ ਜਾਣ ਵਾਲੇ ਹੋਈਏ। ਘਰ ਦੀ ਜ਼ਿੰਮੇਵਾਰੀਆਂ ਨੂੰ ਸਾਨੂੰ ਨਿਭਾਉਣਾ ਚਾਹੀਦੇ ਹਨ, ਭਾਵੇਂ ਅਸੀਂ ਕੁਝ ਵੀ ਕਰਨ ਜਾ ਰਹੇ ਹੋਈਏ। ਜਦ ਕਿ ਅਸਤਰ ਇੱਕ ਮਹੱਤਵਪੂਰਨ ਮਾਮਲੇ ਦੇ ਹੱਲ ਦਾ ਇੰਤਜ਼ਾਰ ਕਰ ਰਹੀ ਸੀ, ਪਰ ਉਹ ਦੁਨਿਆਵੀ ਕੰਮ ਵੀ ਕਰ ਰਹੀ ਸੀ। ਭਾਗ ਸੱਸਾ ਜੇ ਤੁਹਾਡਾ ਕਰਨਾ ਸਹੀ ਹੈ ਤਾਂ ਤੁਹਾਡੇ ਹੌਸਲੇ ਵੀ ਮਜ਼ਬੂਤ ਹੋਣਗੇ। ਨੰਬਰ 3, ਅਸੀਂ ਅਸਤਰ ਤੋਂ ਸਿੱਖਿਆ ਲੈਂਦੇ ਹਾਂ। ਜੇ ਤੁਹਾਡਾ ਕਰਨਾ ਸਹੀ ਹੈ ਤਾਂ ਤੁਹਾਡਾ ਹੌਸਲਾ ਵੀ ਮਜ਼ਬੂਤ ਹੋਵੇਗਾ। ਅਸਤਰ ਦਾ ਕਰਨਾ ਸਹੀ ਸੀ। ਆਪਣੇ ਲੋਕਾਂ ਦੇ ਬਚਾਓ ਲਈ ਰਾਜਾ ਦੇ ਅੱਗੇ ਪੇਸ਼ ਹੋਣਾ ਜ਼ਰੂਰੀ ਸੀ ਤਾਂ ਕਿ ਉਹ ਆਪਣੇ ਜਾਤੀ ਦੇ ਭਰਾਵਾਂ ਦੇ ਜੀਵਨ ਲਈ ਫਰਿਆਦ ਕਰ ਸਕੇ। ਕੀ ਉਹ ਡਰੀ ਹੋਈ ਸੀ? ਤੁਸੀਂ ਇਸ ਨੂੰ ਯਕੀਨ ਨਾਲ ਆਖ ਸਕਦੇ ਹੋ, ਪਰ ਹੌਸਲਾ ਹੋਣ ਦਾ ਮਤਲਬ ਇਹ ਨਹੀਂ ਹੈ ਕਿ ਉਸ ਵਿੱਚ ਡਰ ਨਹੀਂ ਹੈ। ਜਿਸ ਤਰ੍ਹਾਂ ਕਿ ਮੈਂ ਕਈ ਵਾਰ ਸੁਣਦਾ ਹਾਂ,
ਡਰ ਹੋਣ ਦੇ ਬਾਵਜੂਦ ਵੀ ਹੌਸਲਾ ਬਰਕਰਾਰ ਰਹਿੰਦਾ ਹੈ। ਹੌਸਲੇ ਦਾ ਮਤਲਬ ਇਹ ਨਹੀਂ ਕਿ ਅਸੀਂ ਡਰਦੇ ਹਾਂ। ਹੌਸਲੇ ਦਾ ਮਤਲਬ ਇਹ ਹੋ ਸਕਦਾ ਹੈ ਕਿ ਅਸੀਂ ਸੱਚ ਵਿੱਚ ਖਤਰਾ ਵੇਖ ਰਹੇ ਹਾਂ, ਫਿਰ ਵੀ ਅਸੀਂ ਅੱਗੇ ਵਧ ਰਹੇ ਹਾਂ। ਅਤੇ ਅਸਤਰ ਪ੍ਰਾਰਥਨਾ ਲਈ ਘੁਟਨੇ ਟੇਕੇ ਅਤੇ ਵਰਤ ਕੀਤਾ, ਜੀ ਉਸਨੇ ਇਸ ਤਰ੍ਹਾਂ ਨਹੀਂ ਕੀਤਾ। ਜੇ ਅਸਤਰ ਤਦ ਤੱਕ ਰੁਕੀ ਰਹਿੰਦੀ ਕਿ ਉਹ ਸਾਰੀਆਂ ਚੀਜ਼ਾਂ ਨੂੰ ਪਹਿਲੇ ਆਪਸ ਵਿੱਚ ਮੇਲ ਲਵੇ, ਜੇ ਆਪਣੀ ਆਤਮਾ ਦੀ ਅਦਾਲਤ ਵਿੱਚ ਜਾਣ ਵਿੱਚ ਹਿਚਕਦੀ, ਆਪਣੇ ਜੀਵਨ ਦੇ ਖਤਰੇ ਨੂੰ ਵੇਖਦੀ ਹੋਈ ਰਾਜੇ ਦੇ ਅੱਗੇ ਨਾ ਪੇਸ਼ ਹੁੰਦੀ, ਉਹ ਕਦੇ ਵੀ ਉਹ ਨਾ ਕਰ ਸਕਦੀ ਜੋ ਬਾਈਬਲ ਦੱਸਦੀ ਹੈ ਕਿ ਜੋ ਉਸਨੇ ਕੀਤਾ ਇਹ ਸੱਚ ਹੈ। ਅਸੀਂ ਉਸ ਦਾ ਕਦੇ ਨਾਮ ਵੀ ਨਾ ਸੁਣਿਆ ਹੁੰਦਾ। ਇਹ ਉਹਨਾਂ ਵਿੱਚੋਂ ਹੀ ਇੱਕ ਹੁੰਦੀ ਜੋ ਅਰਬਾਂ ਪੈਦਾ ਹੋਏ ਅਤੇ ਉਹਨਾਂ ਦਾ ਸ਼ਾਸਤਰ ਵਿੱਚ ਕਿਤੇ ਨਾਂ ਨਹੀਂ ਹੈ। ਪਰ ਅਸਤਰ ਨੇ ਪਰਮੇਸ਼ਰ ਦੀ ਸ਼ਕਤੀ ਨਾਲ ਆਪਣੇ ਖਤਰਨਾਕ ਡਰ ਦਾ ਸਾਹਮਣਾ ਕੀਤਾ ਅਤੇ ਇੱਕ ਵੱਡੇ ਹੌਸਲੇ ਨਾਲ ਕਦਮ ਵਧਾਇਆ। ਅਤੇ 2500 ਬਰੇ ਬਾਅਦ ਵੀ ਅਸੀਂ ਉਸ ਦਾ ਨਾਮ ਲੈ ਰਹੇ ਹਾਂ। ਇੱਕ ਔਖੀ ਘੜੀ ਵਿੱਚ ਇਹ ਜਵਾਨ ਔਰਤ ਕੁਝ ਕਰਨ ਲਈ ਤਦ ਤੱਕ ਰੁਕੀ ਰਹਿੰਦੀ ਹੈ ਜਦ ਤੱਕ ਉਹਨੂੰ ਉਹ ਹੌਸਲਾ ਨਹੀਂ ਮਿਲ ਜਾਂਦਾ ਜਿਸ ਕੰਮ ਨੂੰ ਕਰਨ ਲਈ ਉਸ ਦੀ ਲੋੜ ਸੀ। ਜੇ ਉਸ ਕੋਲ ਇੱਕ ਕਦਮ ਅੱਗੇ ਵਧਣ ਦਾ ਹੌਸਲਾ ਵੀ ਹੁੰਦਾ, ਪਰਮੇਸ਼ਰ ਉਸ ਦੇ ਹੌਸਲੇ ਨੂੰ ਮਜ਼ਬੂਤ ਕਰ ਦਿੰਦਾ ਅਤੇ ਉਸ ਨੂੰ ਹਿੰਮਤ ਦਿੰਦਾ ਕਿ ਉਹ ਆਪਣਾ ਕੰਮ ਪੂਰਾ ਕਰ ਸਕੇ। ਅੱਜ ਹੌਸਲਾ ਇੱਕ ਫੌਜੀ ਸੰਕੇਤ ਦੀ ਤਰ੍ਹਾਂ ਹੈ ਜਿਸ ਨਾਲ ਮਿੱਤਰ ਜਾਂ ਦੁਸ਼ਮਣ ਦੀ ਪਹਿਚਾਣ ਕੀਤੀ ਜਾ ਸਕਦੀ ਹੈ। ਕੀ ਇਹ ਨਹੀਂ ਹੈ? ਜਿਸ ਤਰ੍ਹਾਂ ਦਾਨੀਏਲ ਅਤੇ ਅਸਤਰ ਮੈਂ ਜਾਣਦਾ ਹਾਂ, ਇਹ ਸੱਚਮੁੱਚ ਮੁਸ਼ਕਿਲ ਹੈ ਕਿ ਅਸੀਂ ਆਪਣੇ ਸਹੀ ਦ੍ਰਿੜ ਵਿਸ਼ਵਾਸ ਵਿੱਚ ਅੱਗੇ ਵਧਦੇ ਜਾਈਏ, ਜਦ ਕਿ ਹਰ ਇੱਕ ਇਸ ਦੇ ਵਿਰੋਧ ਵਿੱਚ ਹੈ। ਜਵਾਨ ਲੜਕੀਆਂ, ਜਵਾਨ ਲੜਕੇ ਜੋ ਸੱਚਮੁੱਚ ਪ੍ਰਭੂ ਨੂੰ ਪਿਆਰ ਕਰਦੇ ਹਨ, ਅਕਸਰ ਆਪਣੇ ਆਪ ਨੂੰ ਉਸ ਮਛਲੀ ਦੀ ਤਰ੍ਹਾਂ ਮਹਿਸੂਸ ਕਰਦੇ ਹਨ ਜੋ ਪਾਣੀ ਦੇ ਬਹਾਅ ਨਾਲ ਤੈਰ ਰਹੀ ਹੈ, ਪਰ ਲੋਕ ਉਸ ਦੇ ਉਲਟ ਪਾਸੇ ਤੈਰਦੇ ਹੋਏ ਜਾ ਰਹੇ ਹਨ। ਜ਼ਿਆਦਾਤਰ ਇਹ ਉਸ ਦੇ ਆਪਣੇ ਮਸੀਹ ਮਿੱਤਰ ਹਨ, ਇਸ ਲਈ ਹਰੇਕ ਕੰਮ ਉਹਨਾਂ ਲਈ ਮੁਸ਼ਕਲ ਹੋ ਜਾਂਦਾ ਹੈ। ਪਰ ਜੇ ਅਸੀਂ ਆਪਣੀਆਂ ਬੱਚੀਆਂ ਨੂੰ ਇਹ ਸਿੱਖਿਆ ਦਈਏ ਕਿ ਉਹ ਕਰਨ ਜੋ ਠੀਕ ਹੈ ਅਤੇ ਇਸ ਤਰ੍ਹਾਂ ਕਰਨ ਵਿੱਚ ਪਰਮੇਸ਼ਰ ਉਹਨਾਂ ਦੇ ਹੌਸਲੇ ਨੂੰ ਮਜ਼ਬੂਤ ਕਰੇਗਾ ਅਤੇ ਉਹਨਾਂ ਨੂੰ ਅੱਗੇ ਵਧਣ ਵਿੱਚ ਹੌਸਲੇ ਤੇ ਹੌਸਲਾ ਮਿਲਦਾ ਰਹੇਗਾ। ਆਪਣੀਆਂ ਬੱਚੀਆਂ ਨੂੰ ਇਸ ਤਰ੍ਹਾਂ ਦਾ ਹੌਸਲਾ ਨਾ ਦਵੋ ਕਿ ਤਦ ਤੱਕ ਰੁਕੇ ਰਹੋ ਜਦ ਤੱਕ ਕਿ ਇਹ ਨਾ ਸੋਚ ਲੈਣ, ਮੈਂ ਜਾਣ ਗਈ ਹਾਂ, ਹੁਣ ਮੇਰੇ ਕੋਲ ਕਾਫੀ ਹੌਸਲਾ ਹੈ। ਜੇ ਤੁਸੀਂ ਇਸ ਤਰ੍ਹਾਂ ਆਖਦੇ ਹੋ ਤਾਂ ਤੁਸੀਂ ਕੁਝ ਨਹੀਂ ਕਰ ਪਾਓਗੇ, ਤੁਸੀਂ ਕਦੇ ਅੱਗੇ ਨਹੀਂ ਵਧ ਪਾਓਗੇ। ਉਸ ਨੂੰ ਹੌਸਲਾ ਦਿਓ ਕਿ ਸਹੀ ਦਿਸ਼ਾ ਵੱਲ ਚੱਲਣ ਲਈ ਹੁਣੇ ਹੀ ਕਦਮ ਉਠਾਏ, ਕਿਉਂ ਜੋ ਪਰਮੇਸ਼ਰ ਚਾਹੁੰਦਾ ਹੈ ਕਿ ਉਹ ਹੁਣੇ ਹੀ ਕਰੇ। ਇਸ ਤਰ੍ਹਾਂ ਕਰਨ ਨਾਲ ਉਸ ਦਾ ਹੌਸਲਾ ਮਜ਼ਬੂਤ ਹੋਵੇਗਾ ਕਿ ਉਹ ਆਪਣਾ ਕਦਮ ਅੱਗੇ ਚੁੱਕੇ ਜਿਸ ਦੀ ਉਸ ਨੂੰ ਲੋੜ ਹੈ। ਇਸ ਤਰ੍ਹਾਂ ਹੀ ਅਸਤਰ ਨੇ ਆਪਣੇ ਜੀਵਨ ਵਿੱਚ ਕੀਤਾ। ਮੁਸ਼ਕਲ ਘੜੀ ਵਿੱਚ ਉਸ ਨੇ ਉਹ ਕੀਤਾ ਜਿਸ ਦੇ ਯੋਗ ਪਰਮੇਸ਼ਰ ਨੇ ਉਸ ਨੂੰ ਬਣਾਇਆ ਸੀ ਅਤੇ ਉਹ ਅੱਗੇ ਵਧੀ। ਕੀ ਤੁਸੀਂ ਜਾਣਦੇ ਹੋ ਕਿਸ ਤਰ੍ਹਾਂ ਫਾਸੀ ਸਮੇਂ ਵਿੱਚ ਇੱਕ ਔਖੀ ਘੜੀ ਵੇਲੇ ਅਸਤਰ ਸਰਵਸ਼ਕਤੀਮਾਨ ਪਰਮੇਸ਼ਰ ਉੱਤੇ ਵਿਸ਼ਵਾਸ ਕਰਦੀ ਸੀ? ਮਜ਼ੇ ਦੀ ਗੱਲ ਇਹ ਹੈ, ਠੀਕ ਉਸੇ ਤਰ੍ਹਾਂ ਹੀ ਜਿਸ ਤਰ੍ਹਾਂ ਅਸੀਂ ਦਾਨੀਏਲ ਦੀ ਕਹਾਣੀ, ਸ਼ਦਰਕ, ਮੇਸ਼ਕ ਅਤੇ ਅਬਦਨਗੋ ਦੀ ਕਹਾਣੀ ਅਤੇ ਜੋਸਫ ਦੀ ਕਹਾਣੀ ਵਿੱਚ ਵੇਖਦੇ ਹਾਂ ਕਿ ਇਹ ਸਭ ਲੋਕਾਂ ਨੇ ਇੱਕ ਵੱਡੇ ਹੌਸਲੇ ਨੂੰ ਪ੍ਰਾਪਤ ਕੀਤਾ। ਅਸੀਂ ਸਭ ਜਾਣਦੇ ਹਾਂ ਅਤੇ ਅਸਤਰ ਦੀ ਕਹਾਣੀ ਨੂੰ ਅੱਜ ਵੀ ਅਸੀਂ ਪਿਆਰ ਕਰਦੇ ਹਾਂ ਅਤੇ ਇਸ ਤਰ੍ਹਾਂ ਹੀ ਉਸ ਦੀ ਯਾਦ ਵਿੱਚ ਯਹੂਦੀ ਲੋਕ ਉਸ ਦੀ ਮਹਿਮਾ ਅਤੇ ਸਨਮਾਨ ਕਰਨ ਲਈ ਇੱਕ ਦੌਤ ਦਿੰਦੇ ਹਨ ਜਿਸ ਨੂੰ ਉਹ ਫੀਸਟ ਆਫ ਪੁਰੀਮ ਆਖਦੇ ਹਨ। ਯਹੂਦੀ ਲੋਕ ਇਸ ਤਿਉਹਾਰ ਦੇ ਰੰਗ-ਲੜੀਆਂ ਮਨਾਉਂਦੇ ਹੋਏ, ਸ਼ੋਰ ਮਚਾਉਂਦੇ ਹੋਏ, ਚੱਕਰ ਲਗਾਉਂਦੇ ਹਨ ਅਤੇ ਹਾਮਾਨ ਦੇ ਨਾਮ ਨੂੰ ਲਤਾੜਦੇ ਹਨ। ਉਹ ਅਸਤਰ ਦੀ ਬੁੱਧੀ ਅਤੇ ਕੰਮ ਦੀ ਪ੍ਰਸ਼ੰਸਾ ਕਰਦੇ ਹਨ ਅਤੇ ਮਰਦਕਈ ਨਾਲ ਸਬੰਧ ਦੀ ਵਡਿਆਈ ਕਰਦੇ ਹਨ, ਕਿਉਂ ਜੋ ਉਸ ਦਾ ਪ੍ਰਭਾਵ ਇਸ ਜਵਾਨ ਲੜਕੀ ਤੇ ਸੀ। ਮੈਂ ਸੋਚਦਾ ਹਾਂ ਪਰਿਵਾਰ ਵਿੱਚ ਜੋ ਮਹਾਨ ਰਿਸ਼ਤਾ ਹੈ ਉਹ ਪਤੀ ਅਤੇ ਪਤਨੀ ਦਾ ਹੈ, ਪਰ ਪਰਿਵਾਰ ਵਿੱਚ ਦੂਜਾ ਮਹਾਨ ਰਿਸ਼ਤਾ ਜੋ ਹੈ ਉਸ ਦੇ ਬਾਰੇ ਕੁਝ ਲੋਕ ਹੈਰਾਨ ਹੋ ਸਕਦੇ ਹਨ। ਇਹ ਰਿਸ਼ਤਾ ਹੈ ਪਿਤਾ ਅਤੇ ਪੁੱਤਰੀ ਦਾ, ਕਿਉਂ ਜੋ ਇਹ ਰਿਸ਼ਤਾ ਬੇਟੀ ਨੇ ਆਦਰਸ਼ਵਾਨ ਬਣਾਉਂਦਾ ਹੈ ਤਾਂ ਕਿ ਉਹ ਆਪਣੇ ਭਵਿੱਖ ਵਿੱਚ ਜਿਸ ਵਿਅਕਤੀ ਨਾਲ ਆਪਣਾ ਜੀਵਨ ਬਤੀਤ ਕਰੇਗੀ ਉਸ ਨਾਲ ਸਹੀ ਸੰਬੰਧ ਬਣਾਏ ਰੱਖੇ। ਕਈ ਵਾਰ ਇਹ ਇੰਨਾ ਮੁਸ਼ਕਿਲ ਨਜ਼ਰ ਆਉਂਦਾ ਹੈ ਜਦ ਅਸੀਂ ਵੇਖਦੇ ਹਾਂ ਕਿ ਸਾਡੀਆਂ ਜਵਾਨ ਹੁੰਦੀਆਂ ਬੱਚੀਆਂ ਸੋਚਦੀਆਂ ਹਨ ਕਿ ਸਾਡੀ ਜ਼ਿੰਮੇਵਾਰੀ ਹੈ। ਅਸੀਂ ਅਕਸਰ ਸੋਚਦੇ ਹਾਂ ਕਿ ਇਹ ਮਾਂ ਅਤੇ ਧੀ, ਪਿਓ ਅਤੇ ਪੁੱਤਰ ਦੇ ਵਿੱਚ ਹੈ। ਕਈ ਵਾਰ ਇਸ ਦਾ ਬਿਲਕੁਲ ਉਲਟ ਹੁੰਦਾ ਹੈ। ਕਿ ਇਸ ਤਰ੍ਹਾਂ ਨਹੀਂ ਹੁੰਦਾ ਕਿ ਕਦੇ ਤੁਸੀਂ ਟੈਲੀਵਿਜ਼ਨ ਵਿੱਚ ਖਿਲਾੜੀਆਂ ਨੂੰ ਵੇਖਿਆ ਹੈ? ਜਦ ਉਹਨਾਂ ਉੱਤੇ ਕੈਮਰਾ ਲੱਗਾ ਹੁੰਦਾ ਹੈ, ਉਹ ਕਦੇ ਨਹੀਂ ਆਖਦੇ ਉਹ ਡੈਡ। ਕਿ ਉਹ ਆਖਦੇ ਹਨ ਕਿ ਕਦੇ ਤੁਸੀਂ ਕਿਸੇ ਨੂੰ ਇਸ ਤਰ੍ਹਾਂ ਆਖਦੇ ਸੁਣਿਆ ਹੈ, ਉਹ ਡੈਡ? ਮੈਂ ਕਈ ਸਾਲਾਂ ਤੋਂ ਵੇਖ ਰਿਹਾ ਹਾਂ, ਪਰ ਮੈਂ ਕਦੇ ਵੀ ਇਸ ਤਰ੍ਹਾਂ ਨਹੀਂ ਵੇਖਿਆ। ਉਹ ਕੀ ਆਖਦੇ ਹਨ? ਉਹ ਮਾਂ। ਮੈਂ ਨਹੀਂ ਜਾਣਦਾ ਕਿ ਉਹ ਇਸ ਤਰ੍ਹਾਂ ਕਿਉਂ ਕਰਦੇ ਹਨ,
ਪਰ ਪਿਤਾ ਹਮੇਸ਼ਾ ਆਪਣੀ ਬੇਟੀ ਨੂੰ ਆਪਣੇ ਦਿਲ ਵਿੱਚ ਰੱਖਦਾ ਹੈ ਅਤੇ ਉਹ ਉਸ ਨੂੰ ਪ੍ਰੇਮ ਨਾਲ ਪਾਲ ਪਲੋਸ ਕੇ ਵੱਡੀ ਕਰਦਾ ਹੈ ਅਤੇ ਉਸ ਨੂੰ ਸਾਹਸੀ ਬਣਾਉਂਦਾ ਹੈ। ਉਹ ਉਸ ਨੂੰ ਆਪਣੇ ਸਮੇਂ ਦੀ ਅਸਰ ਬਣਾ ਸਕਦਾ ਹੈ। ਅੱਜ ਦੇ ਇਸ ਸਮੇਂ ਵਿੱਚ ਵੀ ਹੋ ਸਕਦਾ ਹੈ। ਆਮੀਨ। ਪਿਆਰੇ ਦਰਸ਼ਕੋ, ਸਾਡੇ ਨਾਲ ਇਸ ਪ੍ਰੋਗਰਾਮ ਦੇ ਵਿੱਚ ਅਖੀਰ ਤੱਕ ਬਣੇ ਰਹਿਣ ਦੇ ਲਈ ਅਸੀਂ ਤੁਹਾਡਾ ਦਿਲ ਤੋਂ ਧੰਨਵਾਦ ਕਰਦੇ ਹਾਂ। ਸਾਡੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਅਸੀਂ ਐਸਤਰ ਦੇ ਬਾਰੇ ਗੱਲਬਾਤ ਕਰ ਰਹੇ ਸੀ। ਐਸਤਰ ਦਾ ਜੀਵਨ ਅਦਭੁਤ ਸੀ। ਉਹ ਮਸੀਹੀ ਇਸਤਰੀਆਂ ਦੇ ਲਈ ਇੱਕ ਅਦਭੁਤ ਮਿਸਾਲ ਹੈ ਜਿਹਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ। ਦੋਸਤੋ, ਐਸਤਰ ਦੇ ਜੀਵਨ ਤੋਂ ਅਸੀਂ ਸਿੱਖਿਆ ਕਿ ਪਰਮੇਸ਼ਵਰ ਦੀ ਹਰ ਇੱਕ ਮਨੁੱਖ ਦੇ ਲਈ ਇੱਕ ਯੋਜਨਾ ਹੈ। ਪਰਮੇਸ਼ਵਰ ਸਾਡੇ ਲਈ ਇੱਕ ਅਜਿਹਾ ਮਾਰਗ ਬਣਾ ਰਿਹਾ ਹੁੰਦਾ ਹੈ ਜਿਸ ਦੇ ਬਾਰੇ ਸ਼ਾਇਦ ਸ਼ੁਰੂ ਦੇ ਵਿੱਚ ਅਸੀਂ ਵੀ ਬਿਲਕੁਲ ਅਣਜਾਣ ਹੁੰਦੇ ਹਾਂ, ਪਰ ਉਸ ਦੇ ਪਿੱਛੇ ਪਰਮੇਸ਼ਵਰ ਦਾ ਇੱਕ ਮਹਾਨ ਉਦੇਸ਼ ਛੁਪਿਆ ਹੋਇਆ ਹੁੰਦਾ ਹੈ ਜੋ ਕਿ ਆਪਣੇ ਸਮੇਂ ਤੇ ਹੀ ਸਾਡੇ ਤੇ ਜ਼ਾਹਿਰ ਹੁੰਦਾ ਹੈ। ਐਸਤਰ ਦੇ ਜੀਵਨ ਦੇ ਵਿੱਚ ਵੀ ਅਸੀਂ ਕੁਝ ਅਜਿਹਾ ਹੀ ਦੇਖਦੇ ਹਾਂ। ਅਜਿਹੀ ਪਰਿਸਥਿਤੀ ਦੇ ਵਿੱਚ ਅਸੀਂ ਜਾਣਿਆ ਕਿ ਐਸਤਰ ਆਪਣੀ ਜ਼ਿੰਮੇਵਾਰੀ ਦੇ ਪ੍ਰਤੀ ਵਫਾਦਾਰ ਸੀ। ਆਪਣੀ ਕੌਮ ਦੇ ਲੋਕਾਂ ਨੂੰ ਬਚਾਉਣ ਦੇ ਲਈ ਉਹ ਉਸ ਖਤਰੇ ਦਾ ਸਾਹਮਣਾ ਕਰਨ ਦੇ ਲਈ ਵੀ ਤਿਆਰ ਹੋ ਗਈ ਜਿਸ ਦੇ ਵਿੱਚ ਉਸਦੇ ਨਾਲ ਕੁਝ ਵੀ ਗਲਤ ਹੋ ਸਕਦਾ ਸੀ। ਇੱਕ ਸਿਆਸੀ ਰਾਣੀ ਦੇ ਰੂਪ ਵਿੱਚ ਅਸੀਂ ਉਸ ਤੋਂ ਸਿੱਖਿਆ ਕਿ ਗੰਭੀਰ ਯੋਜਨਾ ਦੇ ਲਈ ਗੰਭੀਰ ਤਿਆਰੀ ਦੀ ਜ਼ਰੂਰਤ ਹੁੰਦੀ ਹੈ। ਉਸਨੇ ਰਾਜੇ ਕੋਲ ਜਾ ਕੇ ਆਪਣੀ ਕੌਮ ਦੇ ਵਿਸ਼ੇ ਤੇ ਗੱਲ ਕਰਨ ਤੋਂ ਪਹਿਲਾਂ ਪ੍ਰਾਰਥਨਾ ਅਤੇ ਉਪਵਾਸ ਦੇ ਦੁਆਰਾ ਆਪਣੀ ਯੋਜਨਾ ਦੇ ਉੱਤੇ ਗੰਭੀਰਤਾ ਦੇ ਨਾਲ ਤਿਆਰੀ ਕੀਤੀ। ਅੱਗੇ ਅਸੀਂ ਜਾਣਿਆ ਕਿ ਮਹੱਤਵਪੂਰਨ ਵਿਸ਼ੇ ਦੇ ਉੱਤੇ ਸੋਚਣਾ ਵੀ ਦੁਨਿਆਵੀ ਕੰਮ ਕਰਨਾ ਹੁੰਦਾ ਹੈ ਅਤੇ ਜੇਕਰ ਤੁਹਾਡਾ ਕਾਰਨ ਸਹੀ ਹੈ ਤਾਂ ਤੁਹਾਡਾ ਹੌਸਲਾ ਵੀ ਮਜ਼ਬੂਤ ਹੋਵੇਗਾ। ਆਓ ਪ੍ਰਾਰਥਨਾ ਕਰਦੇ ਹਾਂ। ਸਾਡੇ ਅਨੁਗ੍ਰਹਿਕਾਰੀ ਦਿਆਲੂ ਪਰਮੇਸ਼ਵਰ, ਪ੍ਰਭੂ ਯਿਸੂ ਮਸੀਹ ਜੀ ਦੇ ਨਾਂ 'ਚ ਤੁਹਾਡਾ ਧੰਨਵਾਦ ਕਰਦੇ ਹਾਂ ਕਿ ਤੁਸੀਂ ਸਾਡੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਪ੍ਰਭੂ ਜੀ ਸਾਨੂੰ ਐਸਤਰ ਦੇ ਜੀਵਨ ਬਾਰੇ ਸਿਖਾਇਆ। ਪ੍ਰਭੂ ਜੀ, ਐਸਤਰ ਦੇ ਜੀਵਨ ਤੋਂ ਅਸੀਂ ਤੁਹਾਡੇ ਉੱਤੇ ਭਰੋਸਾ ਕਰਨਾ ਸਿੱਖਿਆ, ਇਸ ਲਈ ਤੁਹਾਡਾ ਧੰਨਵਾਦ ਕਰਦੇ ਹਾਂ। ਅਸੀਂ ਸਿੱਖਿਆ ਕਿ ਅਸੀਂ ਆਪਣੀ ਜ਼ਿੰਮੇਵਾਰੀ ਦੇ ਪ੍ਰਤੀ ਵਫਾਦਾਰ ਰਹੀਏ। ਪਰਿਸਥਿਤੀਆਂ ਭਾਵੇਂ ਕੁਝ ਵੀ ਕਿਉਂ ਨਾ ਹੋਣ, ਅਸੀਂ ਪੂਰੀ ਤਰ੍ਹਾਂ ਤੁਹਾਡੇ ਤੇ ਭਰੋਸਾ ਕਰੀਏ ਕਿ ਤੁਸੀਂ ਸਾਨੂੰ ਹਰ ਮੁਸੀਬਤ ਤੋਂ ਛੁਡਾਓਗੇ ਔਰ ਜੋ ਉਦੇਸ਼ ਪ੍ਰਭੂ ਜੀ ਤੁਸੀਂ ਇਹਨਾਂ ਪਰਿਸਥਿਤੀਆਂ ਵਿੱਚ ਸਾਡੇ ਲਈ ਦਿੱਤਾ ਹੈ, ਅਸੀਂ ਉਸ ਵਿੱਚ ਕਾਮਯਾਬੀ ਹਾਸਿਲ ਕਰਾਂਗੇ। ਪਿਤਾ, ਸਾਡੀ ਪ੍ਰਾਰਥਨਾ ਹੈ ਐਸਤਰ ਵਾਂਗੂ ਸਾਡੇ ਉੱਤੇ ਵੀ ਆਪਣੀ ਯੋਜਨਾ ਨੂੰ ਜ਼ਾਹਿਰ ਕਰੋ ਔਰ ਸਾਨੂੰ ਹਿੰਮਤ, ਸਮਝ ਅਤੇ ਸਮਰਪਣ ਦੀ ਭਾਵਨਾ ਦੇਵੋ ਕਿ ਅਸੀਂ ਤੁਹਾਡੇ ਉਸ ਉਦੇਸ਼ ਨੂੰ ਪੂਰਾ ਕਰਨ ਦੇ ਲਈ ਦਿਲ ਜਾਨ ਤੋਂ ਮਿਹਨਤ ਕਰ ਸਕੀਏ। ਪ੍ਰਭੂ ਜੀ, ਸਾਡੇ ਸਾਰੇ ਦਰਸ਼ਕਾਂ ਨੂੰ ਅੱਜ ਦੇ ਵਚਨ ਦੇ ਅਨੁਸਾਰ ਬੜੀ ਆਸ਼ੀਸ਼ ਦੇਣਾ ਤੇ ਉਹਨਾਂ ਦੀ ਸਾਰੀ ਜ਼ਰੂਰਤਾਂ ਨੂੰ ਸਵਰਗ ਤੋਂ ਪੂਰੀ ਕਰਨਾ। ਯਿਸੂ ਨਾਸਰੀ ਜੀ ਦੇ ਨਾਂ 'ਚ ਇਸ ਪ੍ਰਾਰਥਨਾ ਨੂੰ ਮੰਗਦੇ ਹਾਂ। ਆਮੀਨ। ਕੀ ਤੁਹਾਨੂੰ ਇਹ ਪ੍ਰੋਗਰਾਮ ਪਸੰਦ ਆਇਆ? ਹੁਣੇ ਸਾਨੂੰ ਇੱਕ ਮਿਸ ਕਾਲ ਦਿਓ ਤੇ ਤੁਸੀਂ ਅਗਲੇ ਜੇਤੂ ਹੋ ਸਕਦੇ ਹੋ।